ਦੇਸਾਂ ਵਿੱਚੋਂ ਦੇਸ ਪੰਜਾਬ, ਸੂਫੀਆਂ, ਵਲੀਆਂ, ਸੰਤਾਂ, ਗੁਰੂਆਂ ਦੀ ਧਰਤੀ। ਇਸ ਧਰਤੀ ਦੇ ਹਰ ਰੰਗ, ਹਰ ਮੌਸਮ ਤੇ ਹਵਾ ਦੇ ਹਰ ਬੁੱਲੇ 'ਚ ਇਸ਼ਕ ਵਸਦਾ ਹੈ। ਇਹ ਇਸ਼ਕ ਬੰਦਿਆਂ ਨਾਲ, ਧਰਤੀ ਨਾਲ ਤੇ ਰੱਬ ਦੀ ਜਾਤ ਨਾਲ ਹੈ। ਇਸ਼ਕ ਤੋਂ ਇਸ ਧਰਤੀ ਦੀ ਕੋਈ ਗੁੱਠ ਵੀ ਖਾਲੀ ਨਹੀਂ। ਤੇ ਜਦੋਂ ਗੱਲ ਰੱਬ ਦੇ ਇਸ਼ਕ ਦੀ ਹੋਵੇ ਤਾਂ ਇਸ ਧਰਤੀ ਉੱਤੇ ਰੱਬੀ ਇਸ਼ਕ ਯਾਨੀ ਤੌਹੀਦ ਦੇ ਰੰਗ 'ਚ ਰੰਗੀਆਂ ਕੌਮਾਂ ਦੋ ਹੀ ਹਨ, ਮੁਸਲਮਾਨ ਤੇ ਸਿੱਖ। ਇਹਨਾਂ ਦੋਹਾਂ ਕੌਮਾਂ 'ਚ ਤੌਹੀਦੀ ਸਾਂਝ ਦੀ ਸ਼ੁਰੂਆਤ 1469 ਵਿੱਚ ਤਲਵੰਡੀ ਰਾਏ ਭੋਏ ਦੇ ਮਹਿਤਾ ਕਾਲੂ ਖੱਤਰੀ ਦੇ ਘਰ ਜੰਮਣ ਵਾਲੇ ਬਾਲ ਤੋਂ ਹੋਈ। ਇਹ ਬਾਲ ਮੁੱਢ ਤੋਂ ਹੀ ਆਪਣੇ ਆਲ ਦੁਆਲ ਤੋਂ ਵੱਖਰਾ ਸੀ। ਇਹ ਅਜਿਹਾ ਵੱਖਰਾਪਨ ਹੈ ਜਿਹੜਾ ਕਿਸੇ ਮਨੁੱਖ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੰਦਾ ਹੈ। ਬਾਲ ਦਾ ਨਾਂ ਤੇ ਨਾਨਕ ਰੱਖਿਆ ਗਿਆ, ਪਰ ਕੁਰਾਹੇ ਪਈ ਮਨੁੱਖਤਾ ਨੂੰ ਇੱਕ ਔਨਕਾਰ ਵੱਲ ਪ੍ਰੇਰ ਕੇ ਉਹਦੇ ਮਨ ਦੇ ਰੋਗਾਂ ਤੇ ਹਨੇਰਿਆਂ ਨੂੰ ਦੂਰ ਕਰਨ ਪਾਰੋਂ ਸਿੱਖ ਉਹਨਾਂ ਨੂੰ ਸੱਤੇ ਗੁਰੂ ਨਾਨਕ ਜੀ ਤੇ ਮੁਸਲਮਾਨ ਰੱਬ ਦਾ ਇੱਕ ਸੂਫੀ ਦਰਵੇਸ਼ ਮੰਨ ਕੇ ਬਾਬਾ ਨਾਨਕ ਸਾਹਿਬ ਜੀ ਆਖਦੇ ਹਨ। ਪਿੰਡ ਰਾਏ ਭੋਏ ਦੀ ਤਲਵੰਡੀ ਅੱਜ ਬਾਬਾ ਨਾਨਕ ਦੀ ਨਿਸਬਤ ਨਾਲ ਹੀ ਨਨਕਾਣਾ ਸਾਹਿਬ ਅਖਵਾਉਂਦਾ ਹੈ। ਜੇ ਕੋਈ ਸ਼ਖਸ ਮੁਸਲਮਾਨਾਂ ਤੇ ਸਿੱਖਾਂ ਲਈ ਸਾਂਝੀ ਮੁਹਤਰਮ ਹਸਤੀ ਦੇ ਜਨਮ ਸਥਾਨ ਨੂੰ ਲਾਹੌਰੋਂ ਜਾਣਾ ਚਾਹੇ ਤਾਂ ਇਹ ਸਫ਼ਰ ਜਿਹੜਾ ਅੱਜ ਤੋਂ ਕੁਝ ਵਰੇ ਪਹਿਲਾਂ 3-4 ਘੰਟਿਆਂ ਦਾ ਸੀ, ਉਸ ਨੂੰ ਪਾਕਿਸਤਾਨੀ ਸਰਕਾਰ ਨੇ ਆਪਣੇ ਸਿੱਖ ਵੀਰਾਂ ਦੀ ਸਹੂਲਤ ਲਈ ਸੌਖਾ ਬਣਾਉਣ ਦੀ ਨੀਅਤ ਨਾਲ ਮੋਟਰਵੇ ਤੋਂ ਨਨਕਾਣੇ ਤੀਕਰ 25 ਕਰੋੜ ਰੁਪਏ ਦੀ ਲਾਗਤ ਨਾਲ ਇੱਕ 16 ਕਿਲੋਮੀਟਰ ਲੰਬੀ ਲਿੰਕ ਰੋਡ ਉਸਾਰੀ ਹੈ। ਗੁਰਦੁਆਰਾ ਜਨਮ ਸਥਾਨ ਬਾਬਾ ਗੁਰੂ ਨਾਨਕ ਜੀ ਪਾਕਿਸਤਾਨ ਵਿੱਚ ਸਿੱਖ ਕੌਮ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ। ਜਨਮ ਸਥਾਨ ਦੇ ਮੇਨ ਗੇਟ ਤੋਂ ਅੰਦਰ ਵੜਦਿਆਂ ਹੀ ਐਨ ਸਾਹਮਣੇ ਫੁੱਲਾਂ ਦੀਆਂ ਕਿਆਰੀਆਂ ਤੋਂ ਪਾਰ ਗੁਰਦੁਆਰੇ ਦੀ ਕੇਂਦਰੀ ਇਮਾਰਤ ਨਜ਼ਰੀ ਪੈਂਦੀ ਹੈ। ਸਿੱਖ ਯਾਤਰੀਆਂ ਦੇ ਇਸ਼ਨਾਨ ਲਈ ਸਰੋਵਰ ਹੈ, ਜਦ ਕਿ ਇਸ ਦੇ ਨਾਲ ਹੀ ਕੁਝ ਸਮੇਂ ਪਹਿਲਾਂ ਜੋੜਾ ਘਰ ਉਸਾਰਿਆ ਗਿਆ ਹੈ। ਯਾਤਰੀਆਂ ਦੇ ਰਹਿਣ ਲਈ ਸਰਾਏ ਬਲਾਕਸ ਮੌਜੂਦ ਨੇ। ਵੱਧ ਤੋਂ ਵੱਧ ਯਾਤਰੀਆਂ ਨੂੰ ਠਹਿਰਾਉਣ ਲਈ ਅੱਛੇ ਨਵੇਂ ਰਿਹਾਇਸ਼ੀ ਬਲਾਕਸ ਉਸਾਰੇ ਗਏ ਹਨ ਤੇ ਪੁਰਾਣੇ ਬਲਾਕਸ ਦੀ ਹਾਲਤ ਨੂੰ ਵੀ ਸੰਵਾਰ ਦਿੱਤਾ ਗਿਆ ਹੈ। ਜਿਸ ਵੇਲੇ ਅਸੀਂ ਦਰਸ਼ਨੀ ਦਿਓੜੀ ਤੋਂ ਅੰਦਰ ਵੜਦੇ ਹਾਂ ਤਾਂ ਸਾਹਮਣੇ ਪ੍ਰਕਾਸ਼ ਅਸਥਾਨ ਨਜ਼ਰ ਆਉਂਦਾ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੁੰਦਾ ਹੈ। ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਵੱਖ ਨਨਕਾਣਾ ਸ਼ਹਿਰ ਵਿੱਚ ਮੌਜੂਦ ਦੂਜੇ ਗੁਰਦੁਆਰਿਆਂ ਗੁਰਦੁਆਰਾ ਬਲੀਲਾ ਸਾਹਿਬ, ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਮਾਲਜੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਪੰਜਵੀਂ ਬਾਦਸ਼ਾਹੀ ਤੇ ਗੁਰਦੁਆਰਾ ਛੇਵੀਂ ਬਾਦਸ਼ਾਹੀ ਦੀ ਹਾਲਤ ਨੂੰ ਸੰਵਾਰਨ ਲਈ ਵੀ ਬਹੁਤ ਸਾਰੇ ਪ੍ਰੋਜੈਕਟਸ ਪੂਰੇ ਕੀਤੇ ਗਏ ਤੇ ਅਜੇ ਹੋਰ ਵੀ ਇਹਨਾਂ ਤੇ ਕੰਮ ਹੋ ਰਿਹਾ ਹੈ। ਬਾਬਾ ਗੁਰੂ ਨਾਨਕ ਜੀ ਦੀ ਜ਼ਾਤ ਨਾਲ ਜੁੜਿਆ ਇੱਕ ਹੋਰ ਅਹਿਮ ਗੁਰਦੁਆਰਾ ਸੱਚਾ ਸੌਦਾ ਹੈ। ਇਹ ਗੁਰਦੁਆਰਾ ਜ਼ਿਲ੍ਹਾ ਸ਼ੇਖੂਪੁਰੇ ਤੋਂ 50 ਕਿਲੋਮੀਟਰ ਦੀ ਦੂਰੀ ਤੇ ਚੂੜਕਾਨਾ ਫਰੂਕਾਬਾਦ ਵਿੱਚ ਵਾਕਿਆ ਹੈ। ਇਸ ਥਾਂ ਤੇ ਬਾਬਾ ਗੁਰੂ ਨਾਨਕ ਜੀ ਨੇ ਕਈ ਦਿਨਾਂ ਦੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਇਆ ਸੀ। ਇਸ ਵਾਪਰਤਾ ਦੀ ਯਾਦ ਵਿੱਚ ਇਹ ਅਤ ਸੋਹਣਾ ਗੁਰਦੁਆਰਾ ਸੱਚਾ ਸੌਦਾ ਉਸਾਰਿਆ ਗਿਆ। ਇਸ ਗੁਰਦੁਆਰੇ ਦੀ 3 ਮੰਜ਼ਲਾ ਕਿਲੇ ਵਰਗੀ ਇਮਾਰਤ ਵੇਖਣ ਵਾਲਿਆਂ ਦੇ ਦਿਲ ਮੋਹ ਲੈਂਦੀ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸਾਲ ਵਿੱਚ 4 ਵਾਰੀ ਅਖੰਡ ਪਾਠ ਵੀ ਕੀਤਾ ਜਾਂਦਾ ਹੈ। ਪਾਕਿਸਤਾਨ ਸਰਕਾਰ ਨੇ 1994 ਵਿੱਚ ਇਸ ਗੁਰਦੁਆਰੇ ਦੀ
ਇਮਾਰਤ ਦੀ ਹਾਲਤ ਨੂੰ ਬਿਹਤਰ ਬਣਾਇਆ ਤੇ ਇਸ ਨੂੰ ਦੁਨੀਆ ਭਰ ਦੇ ਸਿੱਖ ਯਾਤਰੀਆਂ ਦੀ ਯਾਤਰਾ ਲਈ ਖੋਲ੍ਹ ਦਿੱਤਾ। ਨਨਕਾਣਾ ਸਾਹਿਬ ਆਉਣ ਵਾਲੇ ਸਿੱਖ ਯਾਤਰੀ ਇਸ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਕੇ ਆਪਣੇ ਮਨ ਨੂੰ ਨਿਹਾਲ ਕਰਦੇ ਹਨ। ਇੱਥੇ ਇੱਕ ਨਵਾਂ ਲੰਗਰ ਹਾਲ ਤੇ ਸਰੋਵਰ ਵੀ ਉਸਾਰੇ ਗਏ ਹਨ। ਯਾਤਰੀਆਂ ਲਈ ਸਹੂਲਤਾਂ 'ਚ ਵਾਧੇ ਕੀਤੇ ਜਾ ਰਹੇ ਹਨ। ਨਾਲੇ ਗੁਰਦੁਆਰੇ ਦੀ ਸੁੰਦਰਤਾ ਅਤੇ ਸਹੂਲਤਾਂ ਵਧਾਉਣ ਲਈ ਕਈ ਮਨਸੂਬਿਆਂ ਤੇ ਕੰਮ ਜਾਰੀ ਹੈ। ਬਾਬਾ ਗੁਰੂ ਨਾਨਕ ਜੀ ਦੀ ਆਖਰੀ ਆਰਾਮਗਾਹ ਹੈ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ। ਜ਼ਿਲ੍ਹਾ ਨਾਰੋਵਾਲ ਵਿੱਚ ਵਾਕਿਆ ਇਹ ਸੋਹਣਾ ਗੁਰਦੁਆਰਾ ਲਾਹੌਰ ਤੋਂ 118 ਕਿਲੋਮੀਟਰ ਦੀ ਦੂਰੀ ਤੇ ਵਾਕਿਆ ਹੈ। ਰਾਵੀ ਕੰਢੇ ਖਲੋਤਾ ਇਹ ਗੁਰਦੁਆਰਾ ਬੇਲੇ 'ਚ ਘਿਰਿਆ ਹੋਇਆ ਹੈ। ਇਹ ਥਾਂ ਸਿੱਖੀ ਵਿੱਚ ਬਹੁਤ ਮੁਹਤਰਮ ਜਾਣਿਆ ਜਾਂਦਾ ਹੈ। ਕਰਤਾਰਪੁਰ ਯਾਨੀ ਰੱਬ ਦਾ ਨਗਰ 1522 'ਚ ਉਸਰਿਆ ਇਹ ਨਗਰ ਬਾਬਾ ਨਾਨਕ ਦੇ ਵੇਲੇ ਇੱਕ ਉਜਾੜ ਥਾਂ ਸੀ। ਸਿੱਖ ਤਵਾਰੀਖ ਮੁਜਬ ਗੁਰੂ ਜੀ ਨੇ ਇਸ ਥਾਂ ਦਾ ਬਾਕਾਇਦਾ ਨੀਂਹ ਪੱਥਰ ਰੱਖਿਆ। ਬਾਬਾ ਜੀ ਨੇ ਜੋ 4 ਉਦਾਸੀਆਂ ਕੀਤੀਆਂ, ਉਹਨਾਂ 'ਚ 3 ਉਦਾਸੀਆਂ ਦਾ ਮੁੱਢ ਇਸੇ ਮੁਕਾਮ ਤੋਂ ਹੀ ਛੋਇਆ। ਨਾਲੇ ਆਪਣੀ ਹਯਾਤੀ ਦੇ ਆਖਰੀ 18 ਵਰੇ ਉਹਨਾਂ ਇੱਥੇ ਵਾਹੀ ਬੀਜੀ ਕੀਤੀ ਤੇ ਇੱਥੇ ਹੀ ਜੋਤੀ ਜੋਤ ਸਮਾ ਗਏ। सौ 95 हुकूमत पाकिस्तान ने ਲੱਖਾਂ रुपए खर्च के गुरुद्वारा दरबार साहब करतारपुर की नवी उसारी कराई। बाबा गुरु नानक जी ने तौहीद का प्रचार करने ਲਈ चारे कोटां 'ਚ सफर किया। उन्हां दे सफर की यादगारां 'ਚੋਂ एक यादगार है हसन अब्दाल 'ਚ वाक़े गुरुद्वारा पंजा साहब। ਇਸ ਗੁਰਦੁਆਰੇ 'ਚ ਬਾਬਾ ਗੁਰੂ ਨਾਨਕ ਜੀ ਦੇ ਪੰਜੇ ਦਾ ਨਿਸ਼ਾਨ ਇੱਕ ਪੱਥਰ ਉੱਤੇ ਅੱਜ ਵੀ ਮੌਜੂਦ ਹੈ। ਇਸ ਗੁਰਦੁਆਰੇ ਦੀ ਕੇਂਦਰੀ ਇਮਾਰਤ ਪਾਣੀ ਦੇ ਸਰੋਵਰ ਦੇ ਵਿਚਕਾਰ ਸਥਿਤ ਹੈ। ਪਾਕਿਸਤਾਨ ਸਰਕਾਰ ਨੇ ਇਸ ਗੁਰਦੁਆਰੇ 'ਚ ਯਾਤਰੀਆਂ ਦੇ ਰਹਿਣ ਲਈ ਸਹੂਲਤਾਂ 'ਚ ਬਹੁਤ ਸਾਰੇ ਵਾਅਦੇ ਕੀਤੇ ਨੇ। ਗੁਰਦੁਆਰੇ 'ਚ ਪਾਣੀ ਚੌਖੀ ਮਾਤਰਾ 'ਚ ਪਹੁੰਚਾਉਣ ਲਈ ਢੇਰ ਰਕਮ ਖਰਚ ਕੀਤੀ ਗਈ ਹੈ। ਇਸੇ ਤਰ੍ਹਾਂ ਲਾਹੌਰ ਵਿੱਚ ਬਾਦਸ਼ਾਹੀ ਮਸਜਿਦ ਤੇ ਸ਼ਾਹੀ ਕਿਲੇ ਦੇ ਗੁਆਂਢ ਵਿੱਚ ਵਾਕੇ ਗੁਰਦੁਆਰਾ ਡੇਰਾ ਸਾਹਿਬ ਤਾਰੀਖੀ ਪੱਖੋਂ ਬਹੁਤ ਅਹਿਮੀਅਤ ਰੱਖਦਾ ਹੈ। ਅਸਲ ਵਿੱਚ ਜਿੱਥੇ ਹੁਣ ਗੁਰਦੁਆਰਾ ਸਥਿਤ ਹੈ ਉੱਥੇ ਪਹਿਲਾਂ ਦਰਿਆ ਰਾਵੀ ਕਿਲੇ ਦੀ ਦੀਵਾਰ ਨਾਲ ਵਗਦਾ ਸੀ। ਇਸੇ ਥਾਂ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਚੰਦੂ ਦੇ ਤਸੀਹੇ ਸਹਿਣ ਮਗਰੋਂ ਜੋਤੀ ਜੋਤ ਸਮਾ ਗਏ ਸਨ। ਇਹ ਹੈ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਅਸਥਾਨ। ਇੱਥੇ ਉਹਨਾਂ ਚੁੱਭੀ ਲਾਈ ਤੇ ਅਲੋਪ ਹੋ ਗਏ। ਪਹਿਲੀ ਵਾਰ 6ਵੇਂ ਗੁਰੂ ਹਰਗੋਬਿੰਦ ਜੀ ਨੇ 1619 ਚ ਸ਼ਹੀਦੀ ਅਸਥਾਨ ਤੇ ਥੜਾ ਸਾਹਿਬ ਬਣਵਾਇਆ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਰਾਜ ਸੰਭਾਲਣ ਮਗਰੋਂ ਇਸ ਦੀ ਪੁਰਾਣੀ ਇਮਾਰਤ ਦੀ ਸੇਵਾ ਕਰਵਾਈ। ਅੱਜ ਤੋਂ ਕੁਝ ਸਾਲ ਪਹਿਲਾਂ ਇਸ ਗੁਰਦੁਆਰੇ ਦਾ ਅਹਾਤਾ ਬਹੁਤ ਘੱਟ ਸੀ। ਇਸ ਲਈ ETPB ਨੇ ਨਾਲ ਲੱਗਦੀ ਕੁਝ ਜ਼ਮੀਨ ਖਰੀਦ ਕੇ ਉਸ ਨੂੰ ਗੁਰਦੁਆਰੇ ਸ਼ਾਮਲ ਕਰਕੇ ਇਸ ਦਾ ਪਸਾਰ ਮੋਕਲਾ ਕਰ ਦਿੱਤਾ। ਇਹ ਖੂਬਸੂਰਤ ਪਾਲਕੀ ਸਾਹਿਬ ਸਿੱਖ ਸ਼ਰਧਾਲੂਆਂ ਨੇ ਬਣਵਾਈ। ਇਸ ਉੱਤੇ ਤਾਂਬੇ ਦਾ ਕੰਮ ਹੋਇਆ, ਜਦ ਕਿ ਗੁੰਬਦ ਉੱਤੇ ਖਾਲਸ ਸੋਨੇ ਦੀ ਸੇਵਾ ਕਰਾਈ ਗਈ ਹੈ। ਇਹਦੇ ਚੌਹਾਂ ਪਾਸੇ ਕੀਮਤੀ ਪੱਥਰ ਜੜਿਆ ਹੋਇਆ ਹੈ। ਸਿੱਖ ਸੰਗਤਾਂ ਦੀ ਵੱਡੀ ਗਿਣਤੀ ਕਾਰਨ ਇਸ ਗੁਰਦੁਆਰੇ 'ਚ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਠਹਿਰਾਉਣ ਲਈ
ਇੱਥੇ ਨਵੀਆਂ ਸਰਾਵਾਂ ਉਸਾਰੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇੱਥੇ ਇੱਕ ਸੋਹਣਾ ਲੰਗਰ ਹਾਲ ਤੇ 24 ਘੰਟੇ ਕੰਮ ਕਰਨ ਵਾਲੀ ਡਿਸਪੈਂਸਰੀ ਦੀ ਸਹੂਲਤ ਵੀ ਮੌਜੂਦ ਹੈ। ਆਪਣੇ ਸਤਿਗੁਰ ਕੋ ਸਤ ਬਲ ਜਾਏ, ਗੁਰ ਕਿਰਪਾ ਤੇ ਹਰ ਮਨ ਵਸਾਈ। ਪਾਕਿਸਤਾਨ 'ਚ ਵਾਕਿਆ तमाम ਗੁਰਦੁਆਰਿਆਂ ਦੀ ਸਾਂਭ ਸੰਭਾਲ, ਉਹਨਾਂ ਦੀ ਤਾਮੀਰ ਮੁਰੰਮਤ ਦਾ ਕੰਮ ਪਾਕਿਸਤਾਨੀ ਹਕੂਮਤ ਦੀ ਜ਼ਿੰਮੇਵਾਰੀ ਹੈ। ਸਿੱਖ ਮੁਸਲਿਮ ਸਾਂਝ ਨੂੰ ਰਹਿੰਦੀ ਦੁਨੀਆ ਤਾਈਂ ਬਾਕੀ ਰੱਖਣ ਲਈ ਹਕੂਮਤ ਪਾਕਿਸਤਾਨ ਨੇ ਇੱਕ ਇਦਾਰਾ ਇਵੈਕੂਈ ਟਰਸਟ ਪ੍ਰਾਪਰਟੀ ਬੋਰਡ ਦੇ ਨਾਂ ਤੋਂ ਕਾਇਮ ਕੀਤਾ ਹੋਇਆ ਹੈ, ਜੋ ਸਿੰਘਾਂ ਦੇ तमाम ਗੁਰਦੁਆਰਿਆਂ ਦੀ ਬਹੁਤ ਸੋਹਣੇ ਤੇ ਸੁਚੱਜੇ ਤਰੀਕੇ ਨਾਲ ਦੇਖਭਾਲ ਕਰ ਰਿਹਾ ਹੈ। ਨਾਲੇ ਸਿੱਖ ਯਾਤਰੀਆਂ ਲਈ ਸਹੂਲਤਾਂ ਵਧਾਉਣ ਲਈ ਵੀ ਇਕਦਾਮਾਤ ਕਰ ਰਿਹਾ ਹੈ। ਜਦੋਂ ਤੋਂ ਇਹ ਸਿੱਖ ਗੁਰਦੁਆਰੇ ETPB ਦੇ ਇੰਤਜ਼ਾਮ ਹੇਠ ਆਏ ਨੇ, ਇਹਨਾਂ ਦੀ ਹਾਲਤ ਵਿੱਚ ਚੋਖਾ ਸੁਧਾਰ ਆਇਆ ਹੈ। ETPB ਗੁਰਦੁਆਰਿਆਂ ਦੀ ਉਸਾਰੀ ਤੇ ਇੰਤਜ਼ਾਮ ਨੂੰ ਚਲਾਉਣ ਲਈ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ। ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਘਰ ਵਾਸਨ ਪਰਿਆ।